ਤੇ ਅੱਜ ਦੀ ਡਿਸਕਸ਼ਨ ਆਪਣੀ ਹੋਏਗੀ ਸੈਕੰਡ ਮੋਡ ਆਫ ਆਪਰੇਸ਼ਨ ਆਫ ਅਲਟਰਨੇਟਰਸ। ਫਸਟ ਮੋਡ ਆਪਾਂ ਆਲਰੇਡੀ ਡਿਸਕਸ ਕਰ ਰਹੇ ਹਾਂ। ਫਸਟ ਮੋਡ ਦੇ ਵਿੱਚ ਫਿਰ ਆਪਾਂ ਰਿਪੀਟ ਕਰ ਲਈਏ ਕਿ ਫਸਟ ਮੋਡ ਦੇ ਵਿੱਚ ਕਿਸੇ ਮਸ਼ੀਨ ਵਰਕਸ ਇੰਡੀਵਿਜੂਅਲੀ, ਮਤਲਬ ਇੱਕੋ ਹੀ ਅਲਟਰਨੇਟਰ ਔਰ ਉਹਦੇ ਤੇ ਆਪਣਾ ਇੰਡੀਵਿਜੂਅਲ ਲੋਡ ਪਾਇਆ ਸੀ ਆਪਾਂ, ਉਹ ਡਿਸਕਸ ਕੀਤਾ। ਤੇ ਹੁਣ ਅਸੀਂ ਉਹਦੇ ਵਿੱਚ ਅਸੀਂ ਉਹਦਾ ਇੰਪੀਡੈਂਸ ਕੱਢਿਆ, ਵੋਲਟੇਜ ਰੈਗੂਲੇਸ਼ਨ ਦੇਖੀ ਹੈ, ਕਿਉਂਕਿ ਉਹਦੇ ਨਾਲ ਸਾਡਾ ਕੰਸਰਨ ਹੁੰਦਾ ਮੇਨਲੀ। ਸੈਕੰਡ ਮੋਡ ਆਫ ਆਪਰੇਸ਼ਨ ਦੇ ਵਿੱਚ ਅਸੀਂ ਕੀ ਕਰਦੇ ਹਾਂ, ਸੈਕੰਡ ਮੋਡ ਆਫ ਆਪਰੇਸ਼ਨ ਦੇ ਵਿੱਚ ਮਸ਼ੀਨ ਜਿਹੜੀ ਹੈ ਉਹ ਇਨਫਾਈਨਿਟ ਬੱਸ ਬਾਰ ਤੇ ਕੰਮ ਕਰਦੀ ਹੈ, ਜਾਂ ਦੂਜੇ ਲਫ਼ਜ਼ਾਂ 'ਚ ਕਹਿ ਲਈਏ ਕਿ ਪੈਰਲਲ ਦੇ ਵਿੱਚ ਆਪਰੇਟ ਹੁੰਦੀਆਂ ਮਸ਼ੀਨਸ। ਮਸ਼ੀਨਸ ਆਰ ਆਪਰੇਟਡ ਇਨ ਪੈਰਲਲ। ਇੱਕ ਤੋਂ ਜ਼ਿਆਦਾ ਮਸ਼ੀਨਸ ਨੇ ਜਿਹੜੀਆਂ ਉਹ ਸਾਡੇ ਕੋਲੇ ਪੈਰਲਲ ਦੇ ਵਿੱਚ ਕੰਮ ਕਰਦੀਆਂ, ਤਾਂ ਉਹਨੂੰ ਅਸੀਂ ਸੈਕੰਡ ਮੋਡ ਆਫ ਆਪਰੇਸ਼ਨ ਕਹਿੰਦੇ ਹਾਂ। ਜਨਰੇਟਰ ਜਿਹੜੇ ਆ ਉਹ ਸ਼ੇਅਰ ਕਰਦਾ ਲੋਡ ਹੋਰ ਜਨਰੇਟਰ ਦੇ ਨਾਲ, ਹੋਰ ਅਲਟਰਨੇਟਰ ਦੇ ਨਾਲ। ਜਦੋਂ ਐਜ ਮੋਟਰ ਕੰਮ ਕਰਦਾ ਹੈ ਤਾਂ ਉਹ ਕਰੰਟ ਡਰਾ ਕਰਦਾ ਲਾਈਨਸ ਤੋਂ। ਸੇਮ ਮਸ਼ੀਨ ਕੈਨ ਵਰਕ ਐਜ਼ ਜਨਰੇਟਰ ਐਜ਼ ਵੈਲ ਐਜ਼ ਮੋਟਰ ਇਨ ਸੈਕੰਡ ਮੋਡ ਆਫ ਆਪਰੇਸ਼ਨ। ਤੋ ਬੱਸ ਬਾਰ ਇੱਕ ਵਾਰੀ ਫਿਰ ਰਿਪੀਟ ਕਰ ਲਈਏ ਆਪਾਂ। ਬੱਸ ਬਾਰਸ ਕੀ ਨੇ? ਟਰਾਂਸਮਿਸ਼ਨ ਡਿਸਟਰੀਬਿਊਸ਼ਨ ਲਾਈਨਸ ਨੇ। ਔਰ ਬੱਸ ਬਾਰਸ, ਇਨਫਾਈਨਿਟ ਬੱਸ ਬਾਰਸ ਇਹਨਾਂ ਨੂੰ ਕਹਿੰਦੇ ਜਿੱਥੇ ਫਰੀਕੁਐਂਸੀ ਤੇ ਵੋਲਟੇਜ ਇਜ਼ ਕੰਸੀਡਰਡ ਟੂ ਬੀ ਕਾਂਸਟੈਂਟ। ਇਹ ਪੁਆਇੰਟ ਜ਼ਿਆਦਾ ਜ਼ਰੂਰੀ ਨੋਟ ਕਰਨ ਵਾਲਾ ਕਿ ਵੋਲਟੇਜ ਤੇ ਫਰੀਕੁਐਂਸੀ ਕੀ ਨੇ? ਕਾਂਸਟੈਂਟ। ਇਜ਼ ਇਟ ਓਕੇ? ਹੈਲੋ, ਜਿਹੜਾ ਫਸਟ ਮੋਡ ਆਫ ਆਪਰੇਸ਼ਨ ਹੈ, ਫਿਰ ਸਮਝ ਲਓ ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ। ਉਹਦੇ 'ਚ ਅਸੀਂ ਦੇਖੀਏ ਚੇਂਜ ਇਨ ਵੋਲਟੇਜ, ਵੋਲਟੇਜ ਰੈਗੂਲੇਸ਼ਨ। ਇਹਦੇ ਵਿੱਚ ਕੀ ਹੈ, ਚੇਂਜ ਇਨ ਵੋਲਟੇਜ ਦਾ ਕੁਐਸਚਨ ਨਹੀਂ ਆਏਗਾ, ਕਿਉਂਕਿ ਵੋਲਟੇਜ ਕੀ ਹੈ? ਕਾਂਸਟੈਂਟ, ਤੇ ਫਰੀਕੁਐਂਸੀ ਦੋਨੋਂ ਚੀਜ਼ਾਂ ਕਾਂਸਟੈਂਟ ਹੁੰਦੀਆਂ ਨੇ। ਤਾਂ ਹੀ ਅਸੀਂ ਉਹਨੂੰ ਇਨਫਾਈਨਿਟ ਬੱਸ ਬਾਰ ਕਹਿੰਦੇ ਹਾਂ ਟਰਾਂਸਮਿਸ਼ਨ ਲਾਈਨਸ ਨੂੰ। ਤਾਂ ਅਲਟਰਨੇਟਰ ਦੀ ਫਿਰ ਵੋਲਟੇਜ ਟਰਮੀਨਲ ਦੀ ਸਾਡੀ ਔਰ ਫਰੀਕੁਐਂਸੀ ਕਾਂਸਟੈਂਟ ਰਹੇਗੀ। ਸੈਕੰਡ ਮੋਡ ਆਫ ਆਪਰੇਸ਼ਨ ਚੇਂਜ ਨਹੀਂ ਹੋਏਗੀ। ਤਾਂ ਬਾਕੀ ਦੇ ਕੀ ਇਫੈਕਟ ਹੋਣਗੇ ਉਹ ਆਪਾਂ ਇਸ ਚੈਪਟਰ ਦੇ ਵਿੱਚ ਸਟੱਡੀ ਕਰਾਂਗੇ। ਇਜ਼ ਇਟ ਓਕੇ? ਓਕੇ, ਤਾਂ ਹੁਣ ਅਸੀਂ ਇੱਕ ਤੋਂ ਜ਼ਿਆਦਾ ਅਲਟਰਨੇਟਰ ਲਗਾ ਲਏ ਪੈਰਲਲ ਦੇ ਵਿੱਚ, ਤਾਂ ਉੱਥੇ ਆਪਾਂ ਪਹਿਲਾਂ ਨੋ ਲੋਡ ਤੇ ਦੇਖਦੇ ਹਾਂ ਮਸ਼ੀਨ ਦੀ ਕੀ ਪਰਫਾਰਮੈਂਸ ਹੈ। ਨੋ ਲੋਡ ਤੇ ਨਾਰਮਲ ਐਕਸਾਈਟੇਸ਼ਨ ਰੱਖ ਲਈ ਔਰ EMF ਨੂੰ ਅਸੀਂ ਵੋਲਟੇਜ ਦੇ ਬਰਾਬਰ ਰੱਖ ਲਿਆ। ਜੇ ਅਲਟਰਨੇਟਰ ਦੀ EMF ਤੇ ਵੋਲਟੇਜ ਬਰਾਬਰ ਹੈ ਤਾਂ ਕੋਈ ਕਰੰਟ ਫਲੋ ਨਹੀਂ ਕਰੇਗਾ, ਕਿਉਂਕਿ ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹਦੇ ਕਰਕੇ ਕਰੰਟ ਫਲੋ ਕਰਦਾ ਹੈ। ਤੇ ਕਰੰਟ ਕਿੰਨਾ ਹੈ? 0। ਨਾ ਡਿਲੀਵਰ ਕੀਤਾ ਤੇ ਨਾ ਹੀ ਡਰਾ ਕੀਤਾ। ਲਾਸ ਜੇ ਆਪਾਂ ਨਗਲੈਕਟ ਕਰ ਦਈਏ, ਕਰੰਟ ਜਿਹੜਾ ਹੈ ਉਹ ਨਾ ਮਸ਼ੀਨ ਲੈਂਦੀ ਹੈ ਤੇ ਨਾ ਦਿੰਦੀ ਹੈ। ਤੇ ਮਸ਼ੀਨ ਨੂੰ ਅਸੀਂ ਕਹਿੰਦੇ ਹਾਂ ਇਟ ਇਜ਼ ਫਲੋਟਿੰਗ ਔਨ ਦਾ ਬੱਸ ਬਾਰਸ। ਇਹਦੇ ਲਈ ਟਰਮ ਯੂਜ਼ ਕਰਦੇ ਹਾਂ, ਦਾ ਮਸ਼ੀਨ ਇਜ਼ ਫਲੋਟਿੰਗ ਔਨ ਬੱਸ ਬਾਰਸ। ਹੁਣ ਆਪਾਂ ਇਹਦੀ ਵੈਕਟਰ ਡਾਇਗਰਾਮ ਦੇਖਦੇ ਹਾਂ। ਵੈਕਟਰ ਡਾਇਗਰਾਮ ਇਹਦੀ ਹੈ ਬਣੀ ਹੋਈ ਹੈ। ਫਲਕਸ ਦਾ ਵੈਕਟਰ ਆਪਾਂ ਰੈਫਰੈਂਸ ਵੈਕਟਰ ਲੈ ਲਿਆ φm, ਇਹਦੇ ਕਰਕੇ EMF ਇੰਡਿਊਸ ਹੋਇਆ E, ਔਰ ਵੋਲਟੇਜ V ਇਹਦੇ ਬਰਾਬਰ ਹੈ। E ਤੇ B ਇਕੁਅਲ ਨੇ। ਨਾ ਮਸ਼ੀਨ ਕਰੰਟ ਡਰਾ ਕਰ ਰਹੀ ਹੈ ਨਾ ਹੀ ਸਪਲਾਈ ਕਰ ਰਹੀ ਹੈ। ਇਜ਼ ਇਟ ਓਕੇ? ਹੈਲੋ, ਇਹ ਤੋਂ ਅਗਲਾ ਪੁਆਇੰਟ ਆਏਗਾ ਵੀ ਹੁਣ ਜਦੋਂ ਅਸੀਂ ਮਸ਼ੀਨ ਤੇ ਲੋਡ ਪਾਵਾਂਗੇ ਜਾਂ ਅਸੀਂ ਉਹਦਾ ਫੀਲਡ ਕਰੰਟ ਜਿਹੜਾ ਚੇਂਜ ਕਰਾਂਗੇ, ਫਿਰ ਕੀ ਹੋਏਗਾ। ਇਹ ਹੁਣ ਕੇਸ ਪਹਿਲਾਂ ਸੀ ਨਾਰਮਲ ਐਕਸਾਈਟੇਸ਼ਨ ਦਾ। ਜਦੋਂ ਐਕਸਾਈਟੇਸ਼ਨ ਨਾਰਮਲ ਹੈ, ਕਿੰਨੀ ਐਕਸਾਈਟੇਸ਼ਨ ਅਸੀਂ ਪੈਰਲਲ ਆਪਰੇਸ਼ਨ 'ਚ ਅਲਟਰਨੇਟਰ ਦੀ ਰੱਖਣੀ ਹੈ ਕਿ ਜਿਹੜੀ ਬੱਸ ਬਾਰ ਦੀ ਵੋਲਟੇਜ V ਹੈ, ਜਿਹੜੀ ਟਰਾਂਸਮਿਸ਼ਨ ਡਿਸਟਰੀਬਿਊਸ਼ਨ ਲਾਈਨਾਂ ਦੀ ਵੋਲਟੇਜ ਦੇ ਨਾਲ ਉਹਨੂੰ ਮੈਚ ਕਰਾਂਗੇ। EMF ਇੰਡਿਊਸਡ ਵੀ ਉਹਦੇ ਬਰਾਬਰ ਰੱਖਾਂਗੇ। ਜੇ ਬਰਾਬਰ ਰੱਖਣਾ ਉਨੀ ਐਕਸਾਈਟੇਸ਼ਨ ਨੂੰ ਅਸੀਂ ਕੀ ਕਹਾਂਗੇ? ਨਾਰਮਲ ਐਕਸਾਈਟੇਸ਼ਨ। ਹੁਣ ਹੈ ਵੀ ਜੇ ਐਕਸਾਈਟੇਸ਼ਨ ਅਸੀਂ ਇਨਕਰੀਜ਼ ਕਰ ਦਿੰਦੇ ਹਾਂ ਫਿਰ ਕੀ ਹੋਏਗਾ, ਉਹ ਆਪਾਂ ਅਗਲੀ ਸਲਾਈਡ ਦੇ ਵਿੱਚ ਦੇਖਦੇ ਹਾਂ। ਹੁਣ ਕੇਸ ਹੈ ਓਵਰ ਐਕਸਾਈਟੇਸ਼ਨ ਦਾ, ਮਤਲਬ ਫਲਕਸ ਅਸੀਂ ਪਹਿਲਾਂ ਨਾਲੋਂ ਵਧਾਤਾ ਤਾਂ ਨੈਚੁਰਲੀ EMF ਵੀ ਵੱਧ ਜਾਏਗਾ। ਤਾਂ E ਡੈਸ਼ ਹੋ ਗਿਆ EMF E ਤੋਂ, ਔਰ ਉਹ ਮੋਰ ਦੈਨ V ਹੈ, ਵੋਲਟੇਜ ਤੋਂ ਜ਼ਿਆਦਾ ਹੈ।
EMF इज मोर देन V। आ डायग्राम ਦੇ ਵਿੱਚ ਦੇਖੋ ਵੈਕਟਰ 'ਚ ਦਿਖਾਇਆ ਹੋਇਆ ਹੈ, ਫਲਕਸ ਨੇ ਪ੍ਰੋਡਿਊਸ ਕਰਨਾ ਹੈ EMF E ਡੈਸ਼ ਬਟ ਇਟ ਇਜ਼ ਮੋਰ ਦੇਨ V। ਤਾਂ ਦੋਨਾਂ ਦਾ ਜਿਹੜਾ ਡਿਫਰੈਂਸ ਹੈ E ਡੈਸ਼ ਮਾਈਨਸ V, ਹੁਣ ਡਿਫਰੈਂਸ ਆ ਗਿਆ ਦੋਨਾਂ ਦੀ ਵੋਲਟੇਜ ਦਾ। E ਡੈਸ਼ ਹੈਗੀ ਅਲਟਰਨੇਟਰ ਦਾ EMF ਇੰਡਿਊਸਡ, V ਹੈਗੀ ਵੋਲਟੇਜ। E ਡੈਸ਼ V ਨਾਲੋਂ ਜ਼ਿਆਦਾ ਤਾਂ ਸਾਡੇ ਕੋਲ ਰਿਜ਼ਲਟੈਂਟ ਵੋਲਟੇਜ ਆ ਜਾਏਗੀ। ਜਦੋਂ ਕਿ ਰਿਜ਼ਲਟੈਂਟ ਵੋਲਟੇਜ ਕੀ ਕਰੇਗੀ, ਕਰੰਟ ਸਰਕੂਲੇਟ ਕਰੇਗੀ ਆਪਣੇ ਤੋਂ 90 ਡਿਗਰੀ ਲੈਗਿੰਗ IR। ਰਿਜ਼ਲਟੈਂਟ ਕਰੰਟ ਇੱਕ ਫਲੋ ਹੋਏਗਾ IR। ਇਹ IR ਕੀ ਕਰੇਗਾ, ਆਪਣਾ ਫਲਕਸ ਪ੍ਰੋਡਿਊਸ ਕਰੇਗਾ, ਆਰਮੇਚਰ ਫਲਕਸ ਫਾਈ ਏ। ਓਕੇ, ਜੇ ਫਾਈ ਏ ਪ੍ਰੋਡਿਊਸ ਕਰ ਲਿਆ, ਇਹ ਫਾਈ ਐਮ ਨੂੰ ਦੇਖੋ ਇਸ ਡਾਇਗਰਾਮ ਦੇ ਵਿੱਚ ਅਪੋਜ਼ ਕਰ ਰਿਹਾ ਫਾਈ ਏ, ਤਾਂ ਫਲਕਸ ਘਟ ਜਾਏਗਾ। ਫਲਕਸ ਘਟਣ ਦਾ ਮਤਲਬ ਹੈ E ਡੈਸ਼ ਮੁੜ ਕੇ ਵਾਪਸ V ਦੇ ਬਰਾਬਰ ਆ ਜਾਏਗੀ, ਇੰਨਾ ਫਲਕਸ ਘਟ ਜਾਏਗਾ I ਕਰਕੇ। ਠੀਕ, ਤਾਂ EMF ਤੇ V ਫੇਰ ਬਰਾਬਰ ਰਹਿਣਗੇ ਅੰਡਰ ਨਾਰਮਲ ਰਨਿੰਗ ਕੰਡੀਸ਼ਨਸ। ਜੇ ਅਸੀਂ ਐਕਸਾਈਟੇਸ਼ਨ ਵਧਾ ਵੀ ਦਿੱਤੀ ਉਹਦੇ ਕਰਕੇ ਕਰੰਟ ਫਲੋ ਹੋਏਗਾ, ਪਰ EMF ਵਾਪਸ ਫੇਰ V ਦੇ ਬਰਾਬਰ ਆ ਜਾਏਗਾ ਕਿਉਂਕਿ ਫਲਕਸ ਘਟ ਗਿਆ। ਰਾਈਟ, ਇੱਥੇ ਦੇਖੋ ਆਪਾਂ ਨੇ ਇਹ ਰਿਜ਼ਲਟੈਂਟ EMF ਸੀਗਾ E ਡੈਸ਼ ਮਾਈਨਸ V, ਇਹਨੂੰ ਇੰਪੀਡੈਂਸ ਨਾਲ ਡਿਵਾਈਡ ਕੀਤਾ, ਇਹ ਸਾਡਾ ਕਰੰਟ ਆ ਗਿਆ IR। ਤੇ ZS ਨੂੰ ਕਈ ਵਾਰ ਅਸੀਂ ਕੀ ਕਰਿਆ ਵੀ ਰੈਜ਼ਿਸਟੈਂਸ ਨੈਗਲੀਜੀਬਲੀ ਸਮਾਲ ਹੁੰਦਾ, XS ਦੇ ਬਰਾਬਰ ਵੀ ਲਿਖ ਲੈਂਦੇ ਹਾਂ, ਇਸ ਕਰਕੇ XS ਦੇ ਬਰਾਬਰ ਵੀ ਆਪਾਂ ਇਹ ਇਕੁਏਸ਼ਨ ਲਿਖੀ ਹੋਈ ਹੈ। ਇਜ਼ ਇਟ ਓਕੇ? ਹੁਣ ਆਪਾਂ ਨੈਕਸਟ ਦੇਖਣਾ ਵੀ ਜੇ ਐਕਸਾਈਟੇਸ਼ਨ ਆਪਾਂ ਰੇਟਡ ਤੋਂ ਘਟਾ ਦਈਏ ਫਿਰ ਕੀ ਹੋਏਗਾ। ਜੇ ਰੇਟਡ ਐਕਸਾਈਟੇਸ਼ਨ ਤੋਂ ਘੱਟ ਕਰ ਦਈਏ, ਤੀਜਾ ਕੇਸ ਆ ਗਿਆ, ਫਿਰ ਸਾਡਾ ਕੀ ਸਿਸਟਮ ਬਣੇਗਾ। ਅੰਡਰ ਐਕਸਾਈਟੇਸ਼ਨ ਦਾ ਕੇਸ ਹੋ ਗਿਆ, E ਡਬਲ ਡੈਸ਼ ਕਹਤਾ EMF ਨੂੰ, ਉਹ ਕੀ ਹੋਏਗੀ, ਲੈਸ ਦੈਨ V, ਕਿਉਂਕਿ ਰੇਟਡ ਨਾਲੋਂ ਘੱਟ ਹੈ। ਰੇਟਡ ਤੇ E ਦੇ ਬਰਾਬਰ ਹੈ V, ਰਾਈਟ। ਓਵਰ ਐਕਸਾਈਟਡ ਤੇ E ਜ਼ਿਆਦਾ ਹੈ, ਤੇ ਇੱਥੇ E ਫਿਰ ਲੈਸ ਦੈਨ V ਹੈ। E ਇਜ਼ ਲੈਸ ਦੈਨ V। ਹੁਣ E ਜਿੰਨੀ ਸਟੈਂਡਰਡ ਸਾਡੇ ਕੋਲੇ ਆ ਥਰਡ ਡਾਇਗਰਾਮ ਹੁਣ ਆਪਾਂ ਇਹਦੇ 'ਚ ਕੰਸੀਡਰ ਕਰਨੀ ਹੈ ਓਵਰ ਐਕਸਾਈਟਡ ਕੇਸ ਦੀ। ਇਹ ਵਾਲੀ ਡਾਇਗਰਾਮ V ਤਾਂ ਉਨੀ ਹੋਈ ਹੈ ਜਿੰਨੀ ਪਹਿਲਾਂ ਸੀ, ਕਿਉਂਕਿ V ਚੇਂਜ ਨਹੀਂ ਹੋਣੀ ਪੈਰਲਲ ਆਪਰੇਸ਼ਨ 'ਚ। ਤਾਂ ਟਰਾਂਸਮਿਸ਼ਨ ਲਾਈਨਾਂ ਦੀ ਵੋਲਟੇਜ ਹੈ, ਇੱਕ ਅਲਟਰਨੇਟਰ ਦੀ ਵੋਲਟੇਜ ਨਾਲ ਇਹਨੂੰ ਕੋਈ ਫਰਕ ਨਹੀਂ ਪੈਣਾ, V ਕਾਨਸਟੈਂਟ ਹੈ, ਪਹਿਲਾਂ ਹੀ ਮੰਨ ਕੇ ਚੱਲਣਾ। ਤਾਂ E ਡਬਲ ਡੈਸ਼ ਹੁਣ ਜਿਹੜਾ EMF ਇੰਡਿਊਸਡ ਹੈ, ਕਿਉਂਕਿ ਅੰਡਰ ਐਕਸਾਈਟੇਸ਼ਨ ਦਾ ਕੇਸ ਹੈ ਇਹ, ਇਟ ਇਜ਼ ਅੰਡਰ ਐਕਸਾਈਟੇਸ਼ਨ ਕੰਡੀਸ਼ਨ, ਤਾਂ E ਡਬਲ ਡੈਸ਼ V ਨਾਲੋਂ ਘੱਟ ਹੋਏਗੀ। ਆ ਲਿਖਿਆ E ਡੈਸ਼ ਡਬਲ ਡੈਸ਼ ਇਜ਼ ਲੈਸ ਦੈਨ V। ਇਹਦੇ ਕਰਕੇ ਫਿਰ ਕਰੰਟ ਜਿਹੜਾ ਰਿਜ਼ਲਟੈਂਟ EMF ਹੁਣ ਕਿੱਥੇ ਆ ਜਾਏਗਾ, ਫਿਰ ਰਿਜ਼ਲਟੈਂਟ EMF ਲਈ ਫਾਰਮੂਲਾ ਕੀ ਹੈ, E ਡਬਲ ਡੈਸ਼ ਮਾਈਨਸ V। ਦਿਸ ਇਜ਼ ਰਿਜ਼ਲਟੈਂਟ, ਆ ਲਿਖਿਆ ER, ਇਟ ਇਜ਼ E ਡਬਲ ਡੈਸ਼ ਮਾਈਨਸ V। ਹੁਣ E ਡਬਲ ਡੈਸ਼ ਨਾਲੋਂ V ਜ਼ਿਆਦਾ ਹੈ, E ਡਬਲ ਡੈਸ਼ ਘੱਟ ਹੈ, ਤਾਂ ਰਿਜ਼ਲਟੈਂਟ ਆ ਗਿਆ ਨੈਗੇਟਿਵ, ਆ ਨੀਚੇ ਵਾਲੇ ਪਾਸੇ ਆ ਗਿਆ ER। ਜੀ ਓਕੇ, ਰਿਜ਼ਲਟੈਂਟ EMF ਸਾਡਾ ਨੀਚੇ ਵਾਲੇ ਪਾਸੇ ਆ ਗਿਆ। ਹੁਣ ਪਹਿਲਾਂ ਰਿਜ਼ਲਟੈਂਟ ਆਪਣਾ ਪਹਿਲੇ ਕੇਸ 'ਚ ਇੱਥੇ ਆਇਆ ਸੀ ਉੱਪਰ ਹੀ, ਕਿਉਂਕਿ E ਜ਼ਿਆਦਾ ਸੀ V ਨਾਲ, ਉਹਦੀ ਡਾਇਰੈਕਸ਼ਨ 'ਚ ਆ ਗਿਆ। ਹੁਣ V ਜ਼ਿਆਦਾ ਤਾਂ E ਨਾਲੋਂ, ਤਾਂ ਇਹ ਮਾਈਨਸ ਆ ਗਿਆ, ਮਾਈਨਸ ਆ ਗਿਆ ਤਾਂ ਆਪਾਂ ਨੀਚੇ ਵਾਲੇ ਪਾਸੇ ਲੈ ਲੈਣਾ, ਆਪੋਜਿਟ ਆ ਗਿਆ। ਤਾਂ ਕਰੰਟ ਇਹ ਤੋਂ 90 ਡਿਗਰੀ ਲੈਗਿੰਗ ਲੈਣਾ ਹੁੰਦਾ, IR ਇੱਥੇ ਆ ਗਿਆ। ਪਹਿਲਾਂ ਵੀ ਕਰੰਟ 90 ਡਿਗਰੀ ਲੈਗਿੰਗ ਲਿਆ ER ਤੋਂ, ਇੱਥੇ ਲਿਆ ਆਪਾਂ ਨੇ 90 ਡਿਗਰੀ ਪਿੱਛੇ, ਇੱਥੇ ER ਤੋਂ 90 ਡਿਗਰੀ ਪਿੱਛੇ ਇੱਥੇ ਕਰੰਟ ਲੈ ਲਿਆ, ਤਾਂ ਫਲਕਸ ਵੀ ਇਸੇ ਲਾਈਨ ਤੇ ਆਏਗਾ ਆਰਮੇਚਰ ਦਾ। ਤਾਂ ਹੁਣ ਦੋਨੋਂ ਫਲਕਸ ਸੇਮ ਡਾਇਰੈਕਸ਼ਨ 'ਚ ਨੇ, ਦੋਨੋਂ ਫਲਕਸ ਸੇਮ ਡਾਇਰੈਕਸ਼ਨ 'ਚ ਨੇ, ਤਾਂ ਫਲਕਸ ਇਨਕਰੀਜ਼ ਹੋ ਗਿਆ ਪਹਿਲਾਂ ਨਾਲੋਂ। ਜੇ ਇਨਕਰੀਜ਼ ਹੋ ਜਾਏਗਾ, ਕਿੰਨਾ ਇਨਕਰੀਜ਼ ਹੋਏਗਾ ਕਿ E ਡਬਲ ਡੈਸ਼ ਨੂੰ ਵਾਪਸ V ਦੇ ਬਰਾਬਰ ਫੇਰ ਲੈ ਜਾਏਗਾ। ਇਜ਼ ਇਟ ਓਕੇ? ਤਾਂ ਇੱਥੋਂ ਆਪਾਂ ਨੇ ਸਮਝਣਾ ਕੀ ਹੈ ਕਿ ਜਦੋਂ ਅਸੀਂ ਇਨਫਾਈਨਿਟ ਬੱਸ ਬਾਰਸ ਦੇ ਨਾਲ ਕਿਸੇ ਮਸ਼ੀਨ ਨੂੰ ਕਨੈਕਟ ਕਰਦੇ ਹਾਂ, ਉਹਨੂੰ ਜੇ ਰੇਟਡ ਐਕਸਾਈਟੇਸ਼ਨ ਦਿੰਦੇ ਆ ਤਾਂ EMF ਦੇ ਬਰਾਬਰ ਉਹਦੀ ਵੋਲਟੇਜ ਹੁੰਦੀ ਹੈ, ਤੇ ਜੇ ਓਵਰ ਐਕਸਾਈਟ ਕਰਦੇ ਆ ਤਾਂ EMF ਇਨਕਰੀਜ਼ ਹੋ ਜਾਂਦਾ ਹੈ, ਪਰ ਉਹਦੇ ਕਰਕੇ ਜਿਹੜਾ ਕਰੰਟ ਫਲੋ ਹੁੰਦਾ ਇਸ ਤਰ੍ਹਾਂ ਦਾ ਫਲਕਸ ਪ੍ਰੋਡਿਊਸ ਕਰਦਾ ਹੈ। ਆ ਸੈਕੰਡ ਡਾਇਗਰਾਮ ਜਿਵੇਂ ਦਿੱਤਾ ਹੈ ਕਿ ਮੇਨ ਫਲਕਸ ਨੂੰ ਘਟਾ ਦਿੰਦਾ ਹੈ, ਤਾਂ ਵੈਲਿਊ E ਡੈਸ਼ ਤੋਂ ਘਟ ਕੇ ਫਿਰ V ਦੇ ਬਰਾਬਰ ਆ ਜਾਂਦੀ ਹੈ। ਜੇ ਅਸੀਂ ਅੰਡਰ ਐਕਸਾਈਟਡ ਰੱਖਦੇ ਹਾਂ ਤਾਂ ਰਿਜ਼ਲਟੈਂਟ EMF ਆਪੋਜਿਟ ਡਾਇਰੈਕਸ਼ਨ 'ਚ ਆਉਂਦਾ, ਨੈਗੇਟਿਵ ਆਉਂਦਾ ਹੈ, ਤਾਂ ਰਿਜ਼ਲਟੈਂਟ ਕਰੰਟ ਇਸ ਤਰ੍ਹਾਂ ਦੀ ਡਾਇਰੈਕਸ਼ਨ 'ਚ ਫਲੋ ਕਰਦਾ ਹੈ ਕਿ ਆਰਮੇਚਰ ਫਲਕਸ ਹੈਲਪ ਕਰਦਾ ਹੈ ਮੇਨ ਫਲਕਸ ਦੀ, ਤਾਂ ਫਿਰ ਵਾਪਸ E ਡਬਲ ਡੈਸ਼ ਤੋਂ EMF V ਦੇ ਬਰਾਬਰ ਹੋ ਜਾਂਦਾ। ਇਜ਼ ਇਟ ਓਕੇ?
तो अंडर आल ਸਰਕਮਸਟੈਂਸਸ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ EMF ਹੈ ਅਲਟਰਨੇਟਰ ਦਾ ਉਹ ਇਸ ਤਰ੍ਹਾਂ ਦੇ ਨਾਲ ਨੈਚੁਰਲ ਸਿਸਟਮ ਬਣਦਾ ਹੈ ਕਿ ਉਹ ਬਰਾਬਰ ਰਹਿੰਦਾ ਟਰਮੀਨਲ ਵੋਲਟੇਜ ਦੇ। ਤੇ ਜੇ ਇਹ ਚੀਜ਼ ਸਹੀ ਨਾ ਹੋਵੇ ਤਾਂ ਆਪਾਂ ਪੈਰਲਲ 'ਚ ਆਪਰੇਟ ਨਹੀਂ ਕਰ ਸਕਦੇ। ਜ਼ਰੂਰੀ ਹੈ ਕੰਡੀਸ਼ਨ ਉਹਦੇ ਪੈਰਲਲ ਆਪਰੇਸ਼ਨ ਕਰਨ ਲਈ ਜ਼ਰੂਰੀ ਹੈ। ਅਦਰਵਾਈਜ਼ ਕੀ ਹੋਏਗਾ, ਜੇ ਅਸੀਂ ਅਲਟਰਨੇਟਰ ਲਾਇਆ ਉਹਦੀ ਅੰਡਰ ਐਕਸਾਈਟੇਸ਼ਨ ਕਰਦੀ ਇਹਨੇ ਕਰੰਟ ਡਰॉ ਕਰਕੇ EMF ਬਰਾਬਰ ਕਰਤਾ। ਜੇ ਨਾ EMF ਬਰਾਬਰ ਹੋਵੇ ਤਾਂ ਮਸ਼ੀਨ ਹਮੇਸ਼ਾ ਹੀ ਕਰੰਟ ਡਰॉ ਕਰਦੀ ਰਹੇਗੀ, ਅਲਟਰਨੇਟਰ ਕਰੰਟ ਲੈਂਦਾ ਰਹੇਗਾ ਸਪਲਾਈ ਕਰਨ ਦੀ ਬਜਾਏ, ਰਾਈਟ। ਤੋ ਇਹ ਹੈ ਵੀ ਸਾਡਾ ਸਿੰਕਰੋਨਸ ਮਸ਼ੀਨ ਇਨਫਾਈਨਾਈਟ ਬੱਸ ਬਾਰ ਤੇ ਜਦੋਂ ਲੱਗੀ ਹੈ ਤਾਂ ਉਹਦੇ ਵਿੱਚ 3 ਐਕਸਾਈਟੇਸ਼ਨ ਕੰਡੀਸ਼ਨਸ ਆਪਾਂ ਡਿਸਕਸ ਕੀਤੀਆਂ, ओवर एक्साइटेशन, अंडर एक्साइटेशन एंड नॉर्मल एक्साइटेशन, किस तरह मशीन बिहेव करती है। ओके, अच्छा हुण होल्ड ते रखियो जरा कि मैं चेंज करन लग्या डॉक्यूमेंट, नैक्सट आप इस तो बाद डिस्कस करते हैं। ਜਦੋਂ तक कोई क्वेश्चन है किसी का पूछ लो बरबल। किसी का कोई ये बारे क्वेश्चन डाउट है तो पूछ लो। तो हुण अपना नैक्सट टॉपिक है पैरलल ऑपरेशन ऑफ अल्टरनेटर्स। कि जो असीं सैकेंड मोड दे विच चलाउणा मशीन नूं तो अल्टरनेटर ऑपरेट करते हैं पैरलल च, तो पैरलल ऑपरेशन ऑफ अल्टरनेटर्स आपां ने स्टडी करना। हुण उहदे लई किहड़ियां टर्म एंड कंडीशनस ने वो आपां डिस्कस करांगे। पहला है जरूरत की है भी पैरलल ऑपरेशन की, पहला टॉपिक साडा यह है वट इज द नैसेसिटी ऑफ पैरलल ऑपरेशन, या क्वेश्चन हो सकता है वट इज द नीड ऑफ पैरलल ऑपरेशन, या पूछा जा सकता है वाई अल्टरनेटर्स आर जनरली ऑपरेटेड इन पैरलल। ਆਪਾਂ डिस्कस करांगे तो किहदे नाल कंपैरिजन करांगे, जे फस्ट मोड ऑफ ऑपरेशन होवे कल्ला ही अल्टरनेटर अपना लोड सप्लाई कर रहा होवे उहदे नाल कंपेयर करके इहनूं देखांगे भी क्यों असीं पैरलल दे विच जनरली ऑपरेट करदे हां। तो जो अल्टरनेटर कनैक्टड किए ने बस बार्स दे नाल दे आर कॉल्ड टू बी कनैक्टड इन पैरलल। तो कंडीशनस जिहड़ियां ने ये प्रैक्टिस आपां क्यों करते हैं, रीजन की है इहदा वो आपां हुण एक एक करके डिस्कस करते हैं। पहला नंबर है फिजिकल साइज, जिहड़ी मॉडर्न डे की पावर रिक्वायरमेंट है वो इन्नी ज़्यादा वड्डी है कि एक सिंगल अल्टरनेटर आपां बना ही नहीं सकते प्रेजेंट मटीरियल टैक्नोलॉजी दे नाल, पॉसीबल ही नहीं है। इस करके सानू की करना पेगा, एक तो ज़्यादा अल्टरनेटर पैरलल दे विच लगाने पैणगे। इज इट ओके, सिंगल यूनिट आपां बना ही नहीं सकते, पहली प्रॉब्लम आ गई तो ये साडी मजबूरी हो गया कि असीं पैरलल दे विच ही ऑपरेट करने सैकेंड मोड च। दूसरा है भी रिलायबिलिटी ऑफ द कंटीन्यूटी ऑफ सर्विस। रिलायबिलिटी का की मतलब हुंदा है भी जे मान लो असीं किसी तरह तरीके बना भी लईए, चलो एक अल्टरनेटर वड्डा बना लीए, उस तो बाद जे वो अल्टरनेटर किसी वजह करके खराब हो गया तो पावर सप्लाई सारी स्टेट की या सारे कंट्री की बंद हो जाएगी। कदों तक, जदों तक वो रिपेयर करके असीं उहनूं दोबारा नहीं चालू कर लेंदे, राइट। तो जे ज़्यादा लगे होणगे पैरलल च फिर की है, जे एक दो खराब भी हो गए बाकी दे लोड लई जाणगे, शट डाउन नहीं होएगा। तो इनू आपां कहांगे कि सिस्टम साडा रिलायबल है, पावर की सप्लाई कंटीन्यूस मिल रही है कंज्यूमर नूं, ठीक है। सिस्टम फेलर घट ने तो रिलायबिलिटी साडी वधदी है पैरलल ऑपरेशन दे नाल। समझ आ गई यह गल। तीसरा ये नाल ही कनैक्टेड पॉइंट है रिपेयर एंड मेनटेनेंस। उत्थे भी वही चीज़ है कि एक जे बहुत वड्डा यूनिट होएगा उसकी रिपेयर मेनटेनेंस करनी भी सौखी है, जे छोटा यूनिट लावांगे आप, ठीक है, कन्वीनियंट है। बहुत वड्डा साइज़ की सानू स्पेयर पार्ट्स नहीं लिया के लगाने पैणगे, ते दूजा रिपेयर मेनटेनेंस करन वेले सप्लाई भी कंटीन्यू रहेगी। चौथा नंबर है भी स्टैंड बाई यूनिट। जिहड़ा स्टैंड बाई यूनिट की हुंदा कि जिड्डा आपां ने अल्टरनेटर लाया उस साइज़ का एक अल्टरनेटर उहदे नाल स्टैंड बाई रखते हैं कि जे एक फेल हो गया तो दूजा चलावांगे, राइट। तो जे इक्को ही अल्टरनेटर वड्डा लाया होवे तो स्टैंड बाई यूनिट भी वड्डा चाहिए।
जे असी एक दी जगह ते किसी पावर प्लांट के 10 अल्टरनेटर लाए ने, ਇਹਦਾ मतलब 10वें हिस्से के साइज का ਆਪਾਂ ਨੂੰ स्पेयर अल्टरनेटर चाहिए, राइट। ਉਹਦੀ कॉस्ट घट जाएगी। तो साइज एंड कॉस्ट ये पॉइंट हो गया चौथा, ਜਿਹੜਾ अल्टरनेटर ਦੇ ਉਹ ਘੱਟ ਹੋਣਗੇ यूनिट ਦੇ ਜੇ ਅਸੀਂ ਪੈਰਲਲ ਦੇ ਵਿੱਚ ਆਪਰੇਟ ਕਰ ਰਹੇ ਹਾਂ। समझ आ गई ਗੱਲ? रिपीट करा? ओके ठीक है। एडिशनल नैक्सट है भी जे एक्सटेंशन करनी है, असी साडा लोड वध गया, असी फिर की करिए, पहले अल्टरनेटर नूं बदल के उहदे नालों वड्डा लाइए। ये चंगी गल है कि एक छोटा अल्टरनेटर होर पैरलल चला दीए। हाँ जी, छोटा होर ला दीए। तो फिर जदों भी आप एक्सटेंशन करनी है पावर प्लांट की, साडे कोले लोड की डिमांड इनक्रीज होंदी है, जे असी पैरलल ऑपरेशन करा रहे हैं तो छोटे छोटे होर यूनिट जिन्ने मर्जी पैरलल च ऐड करते जाइए। ईवन पावर प्लांट भी ऐड करते जाइए। पहला कंट्री दे विच अपने थोड़े पावर प्लांट होंदे सी, जिद्दां जिद्दां लोड डिमांड वधी तो नवे नवे पावर प्लांट भी लग गए, होर पैरलल चला सकते हैं आप, राइट। तो अजकल तो हर घर के उत्ते पावर प्लांट लगन लग्या पिया, वो भी सारे पैरलल च ही चलते हैं मेन दे। पैरलल ऑपरेशन ही आ, वो जिवें सोलर वाला लग्या ना, वो पैरलल च ही चल रहा मेन अल्टरनेटर दे नाल, ठीक है। तो जिन्ना मर्जी एक्सटेंड कर सकते हैं आप लोड, तो वो बड़ा अल्टरनेटर नवा वड्डा लाउण दी लोड़ नहीं, छोटा अल्टरनेटर उहदे पैरलल च ऐड कर सकते हैं, होर ऐड कर सकते हैं, होर ऐड कर सकते हैं। पर ये कदों पॉसीबल है? जदों असीं पैरलल ऑपरेशन ऑफ अल्टरनेटर कर रहे हैं। लास्ट पॉइंट है भी ऑपरेटिंग एफिशिएंसी, ये भी बहुत इंपॉर्टेंट है। साडे कोले लोड सेम नहीं रहिंदा, लोड आवर टू आवर चेंज करदा है, डे टू डे चेंज करदा है, ठीक है। डे नाइट दे विच डिफरेंट लोड है, वीक टू वीक डिफरेंट है, मंथ टू मंथ, ईयर टू ईयर वेरी करता, लोड सीजन टू सीजन वेरी करता। ਇਹਦਾ मतलब हर वेले लोड इक्को जिहा नहीं है। जे असी एफिशिएंसी मशीन की मैक्सीमम लैनी है तो वो तकरीबन 70% लोड चाहिए। आप कंडीशन फॉर मैक्सीमम एफिशिएंसी पढ़ी सी, है ना। तो जे लोड असी बहुत घट पावांगे किसी अल्टरनेटर से तो भी वो एफिशिएंसी घट होएगी, जे ओवरलोड चलावांगे तो भी घट होएगी। तो असी जे पैरलल ऑपरेशन करते हैं, एक तो ज़्यादा अल्टरनेटर लगाए ने, असी उन्होंने मैक्सीमम एफिशिएंसी ते ऑपरेट कर सकते हैं। किस तरह नाल? जिन्ना जिन्ना लोड डिमांड वध गई, उन्ने उन्ने अल्टरनेटर होर पैरलल च ऐड करते जावांगे, ठीक है। सिंक्रोनाइज कर करके वो पैरलल च कनैक्ट करते जावांगे। जिन्नी जिन्नी डिमांड साडी घटती जाती है, उन्ने उन्ने आपां शट डाउन करते जाने। तो जिन्ने अल्टरनेटर सानू लोड के हिसाब नाल चाहिए उन्ने आपां चलाउने, बाकी दियां नूं बंद कर लैने। इज इट ओके? ਇਹਦੇ ਨਾਲ ਕੀ ਹੁੰਦਾ, ਕੀ फायदा होया सानू? एफिशिएंसी इनक्रीज हो गई सिस्टम की, ओके। तो ये सारिया कंडीशनस ने। हुण इन्हां दा क्वेश्चन का आंसर कित्थे लिखना समझ लो। तुहाडा टेस्ट लिया सी, उहदे विच कईयां ने EMF इक्वेशन की जगह ते 3 फेज EMF किस तरह इंड्यूस हुंदे ने वो आंसर देता, विच वाज रॉन्ग। EMF इक्वेशन च की करना सी तुसीं? नंबर ऑफ पोल्स, फ्लक्स, सारिया चीज़ां अज्यूम करके फिर वो इक्वेशन लिखनी सी, 4.44 KC/KD वाली। हुण सोच लो किहड़े किहड़ियां ने गड़बड़ किया है, अपना अपना हिसाब लगा लो। बहुतियां ने की किया कि मैगनैटिक फील्ड दे नूं रोटेट करता 3 कोयल्स दे विच ते EMF इंड्यूस हो गया और 3 फेसां दी आपस में ही डिफरेंट इक्वेशनां लिख दित्तियां। वो डेरीवेशन ऑफ EMF इक्वेशन नहीं है वो, ठीक है बई। ये सारे नोट कर लो, जो क्वेश्चन का आंसर लिखना है एग्जाम च तो ध्यान रखना रेलीवेंट आंसर देना है। इत्थे भी हुण खास चीज़ की है कि असी नसैसिटी ऑफ पैरलल ऑपरेशन के पॉइंट ने ये सारे, ਜਾਂ नीड ऑफ पैरलल ऑपरेशन ਦੇ ਨੇ, ਜਾਂ ਫਿਰ वाई अल्टरनेटर्स आर जनरली ऑपरेटेड इन पैरलल। इन्हां 3 क्वेश्चनों का आंसर ये 6 पॉइंट ने। इज इट ओके? तो हुण बहुतियां ने की करना है, ये तो बाद आपां ने इस तो बाद जिहड़ा नैक्सट टॉपिक साडा डिस्कस होना है वो है कंडीशनस फॉर पैरलल ऑपरेशन। बहुतियां ने की करना, जो कंडीशन फॉर पैरलल ऑपरेशन का क्वेश्चन आना, ये आंसर लिख देना कि जदों नसैसिटी ऑफ पैरलल ऑपरेशन का आना उदों उन्होंने कंडीशनस लिख देनियां। ये याद रखना भी किस क्वेश्चन का किहड़ा आंसर देना। फिर एक बारी मैं रिपीट कर रहा, ये जिहड़ा हुण तक आपां डिस्कस किया है ये नसैसिटी ऑफ पैरलल ऑपरेशन है, या नीड ऑफ पैरलल ऑपरेशन है, या वाई 3 फेज अल्टरनेटर्स आर जनरली ऑपरेटेड इन पैरलल। इस क्वेश्चन का ये आंसर है, ओके। अगला टॉपिक हुण साडा आपां ऑलरेडी डिस्कस कर चुके हैं भी किहड़ा आउणा है, कंडीशनस फॉर पैरलल ऑपरेशन ऑफ अल्टरनेटर। कंडीशन किहड़ियां किहड़ियां?
ਜੇ ਦੋ ਅਲਟਰਨੇਟਰ ਨੇ, ਮੰਨ ਲਓ ਬਈ ਆਪਾਂ ਨੇ ਕੰਡੀਸ਼ਨ ਫॉर ਸਿੰਕਰੋਨਾਈਜ਼ਿੰਗ ਲਿਖਿਆ ਤੇ ਜਾਂ ਕੰਡੀਸ਼ਨ ਫॉर ਪੈਰਲਲ ਆਪਰੇਸ਼ਨ ਕਹਿ ਸਕਦੇ, ਦੋਨੋਂ ਇੱਕੋ ਹੀ ਗੱਲ ਹੈ। ਇਹ ਵੀ ਯਾਦ ਰੱਖਣਾ, ਸਿਨੋਨਮ ਵੀ ਯਾਦ ਰੱਖਣੇ ਨੇ, ਫਿਰ ਐਗਜ਼ਾਮ 'ਚ ਕਨਫਿਊਜ਼ਨ ਨਹੀਂ ਹੁੰਦੀ। ਤਾਂ ਸਿੰਕਰੋਨਾਈਜ਼ਿੰਗ ਕੀ ਹੁੰਦਾ ਹੈ? ਪ੍ਰੋਸੀਜਰ ਆਫ ਕਨੈਕਟਿੰਗ ਅਲਟਰਨੇਟਰ ਇਨ ਪੈਰਲਲ ਵਿਦ ਅਨਦਰ ਔਰ ਵਿਦ ਕਾਮਨ ਬੱਸ ਬਾਰ। ਜ਼ਿਆਦਾ ਅਲਟਰਨੇਟਰ ਪੈਰਲਲ 'ਚ ਜਦੋਂ ਅਸੀਂ ਕਨੈਕਟ ਕਰਦੇ ਹਾਂ, ਇੱਕ ਤੋਂ ਜ਼ਿਆਦਾ ਪੈਰਲਲ ਦੇ ਵਿੱਚ ਲਾਉਂਦੇ ਹਾਂ, ਜਾਂ ਪਹਿਲਾਂ ਹੀ ਐਗਜ਼ਿਸਟਿੰਗ ਜਿਹੜੀਆਂ ਇਨਫਾਈਨਿਟ ਬੱਸ ਬਾਰ ਨੇ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਅਲਟਰਨੇਟਰ ਆਲਰੇਡੀ ਲੱਗੇ ਹੋਏ ਨੇ, ਉਹਦੇ ਪੈਰਲਲ 'ਚ ਆਪਾਂ ਕਿਸੇ ਅਲਟਰਨੇਟਰ ਨੂੰ ਲਾਉਂਦੇ ਹਾਂ, ਉਹ ਪ੍ਰੋਸੀਜਰ ਨੂੰ ਕਹਿੰਦੇ ਨੇ ਸਿੰਕਰੋਨਾਈਜ਼ਿੰਗ ਆਫ ਅਲਟਰਨੇਟਰ। ਇਜ਼ ਇਟ ਓਕੇ? ਤਾਂ ਸਿੰਕਰੋਨਾਈਜ਼ਿੰਗ ਆਫ ਅਲਟਰਨੇਟਰ ਲਈ ਕੰਡੀਸ਼ਨਸ ਹੁੰਦੀਆਂ ਨੇ, ਹੁਣ ਉਹ ਪੜ੍ਹਨੀਆਂ ਨੇ ਆਪਾਂ। ਫॉर ਪ੍ਰੋਪਰ ਸਿੰਕਰੋਨਾਈਜੇਸ਼ਨ ਆਫ ਅਲਟਰਨੇਟਰ ਫੋਲੋਇੰਗ ਕੰਡੀਸ਼ਨਸ ਮਸਟ ਬੀ ਫੁਲਫਿਲਡ। ਇਹ ਸਟੈਂਡਰਡ ਹੀ ਨੇ ਕਿ ਇਹ ਤੋਂ ਬਿਨਾਂ ਆਪਾਂ ਅਲਟਰਨੇਟਰ ਨੂੰ ਇੱਕ ਤੋਂ ਦੂਜੇ ਦੇ ਪੈਰਲਲ 'ਚ ਜਾਂ ਬੱਸ ਬਾਰ ਦੇ ਪੈਰਲਲ 'ਚ ਨਹੀਂ ਲਗਾ ਸਕਦੇ। ਤਾਂ ਇਹ ਕੰਡੀਸ਼ਨਾਂ ਕਿਹੜੀਆਂ ਕਿਹੜੀਆਂ ਨੇ? ਨੰਬਰ 1, ਟਰਮੀਨਲ ਵੋਲਟੇਜ ਆਫ ਇਨਕਮਿੰਗ ਅਲਟਰਨੇਟਰ ਮਸਟ ਬੀ ਇਕੁਅਲ ਟੂ ਦੈਟ ਆਫ ਬੱਸ ਬਾਰ। ਇਨਕਮਿੰਗ ਅਲਟਰਨੇਟਰ ਕਿਹਨੂੰ ਕਹਿੰਦੇ ਆ? ਅਸੀਂ ਜਿਹੜਾ ਅਸੀਂ ਕਨੈਕਟ ਕਰਨਾ ਹੈ ਜੇ ਸਿਸਟਮ ਨਾਲ, ਨਵਾਂ ਅਲਟਰਨੇਟਰ ਕਨੈਕਟ ਕਰਨਾ ਹੈ, ਜਿਹੜਾ ਪਹਿਲਾਂ ਡਿਸਕਨੈਕਟ ਹੈ ਕਿਸੇ ਵਜ੍ਹਾ ਕਰਕੇ, ਲੋਡ ਘੱਟ ਹੋਣ ਕਰਕੇ ਜਾਂ ਕਿਸੇ ਵੀ ਕਾਰਨ ਕਰ ਰਿਪੇਅਰ ਕਰਕੇ, ਫਿਰ ਉਹਨੂੰ ਦੁਬਾਰਾ ਆਪਾਂ ਲਾਈਨਾਂ ਦੇ ਨਾਲ ਐਨਗੇਜ ਕਰਨਾ ਹੈ, ਤਾਂ ਉਹਨੂੰ ਕਹਾਂਗੇ ਅਸੀਂ ਇਨਕਮਿੰਗ ਅਲਟਰਨੇਟਰ। ਇਨਕਮਿੰਗ ਅਲਟਰਨੇਟਰ ਦੀ ਵੋਲਟੇਜ ਬੱਸ ਬਾਰ ਵੋਲਟੇਜ ਦੇ ਬਰਾਬਰ ਹੋਣੀ ਚਾਹੀਦੀ ਹੈ, ਪਹਿਲੀ ਕੰਡੀਸ਼ਨ ਹੋ ਗਈ। ਇਜ਼ ਇਟ ਓਕੇ? ਜੇ ਡਿਫਰੈਂਟ ਹੋਏਗੀ ਕੀ ਹੋਏਗਾ? ਜੇ ਵੋਲਟੇਜ ਘੱਟ ਹੋਏਗੀ ਇਹਦੀ, ਤਾਂ ਇਹ ਕੀ ਕਰੇਗਾ? ਵੋਲਟੇਜ ਘੱਟ ਹੋਏਗੀ ਤਾਂ ਲਾਈਨਾਂ ਤੋਂ ਕਰੰਟ ਡਰਾ ਕਰਨ ਲੱਗ ਜਾਏਗਾ, ਮੋਟਰ ਬਣ ਜਾਏਗਾ, ਰਾਈਟ? ਤੇ ਜੇ ਵੋਲਟੇਜ ਜ਼ਿਆਦਾ ਹੋਏਗੀ ਫਿਰ ਕੀ ਕਰੇਗਾ? ਇਹ ਜਿਹੜਾ ਨਾਲ ਲੱਗਿਆ ਹੋਇਆ ਅਲਟਰਨੇਟਰ ਹੈ ਉਹਨੂੰ ਕਰੰਟ ਸਪਲਾਈ ਕਰਨ ਲੱਗ ਜਾਏਗਾ, ਉਹਨੂੰ ਸਿੰਕਰੋਨਾਈਜ਼ਿੰਗ ਕਰੰਟ ਕਹਿ ਦਿੰਦੇ ਆਪਾਂ। ਜੇ ਦੋ ਅਲਟਰਨੇਟਰ ਆਪਾਂ ਪੈਰਲਲ 'ਚ ਲਗਾ ਦਈਏ, ਇੱਕ ਦੀ ਵੋਲਟੇਜ ਵੱਧ ਇੱਕ ਦੀ ਘੱਟ, ਜੇ ਉਹਨਾਂ ਤੇ ਆਪਾਂ ਕੋਈ ਲੋਡ ਵੀ ਨਾ ਪਾਈਏ ਤਾਂ ਵੀ ਕੀ ਹੋਏਗਾ? ਇੱਕ ਅਲਟਰਨੇਟਰ ਤੋਂ ਦੂਜੇ ਅਲਟਰਨੇਟਰ ਨੂੰ ਕਰੰਟ ਸਪਲਾਈ ਹੋਏਗਾ, ਉਹਨੂੰ ਕਹਿੰਦੇ ਨੇ ਸਿੰਕਰੋਨਾਈਜ਼ਿੰਗ ਕਰੰਟ, ਰਾਈਟ? ਤਾਂ ਅਸੀਂ ਫਿਰ ਪਹਿਲੀ ਕੰਡੀਸ਼ਨ ਕੀ ਹੈ ਕਿ ਵੋਲਟੇਜ ਬਰਾਬਰ ਹੋਣੀ ਚਾਹੀਦੀ ਹੈ, ਨਹੀਂ ਤਾਂ ਸਿੰਕਰੋਨਾਈਜ਼ਿੰਗ ਕਰੰਟ ਫਲੋ ਹੋਏਗਾ, ਜਿਹਦੇ ਨਾਲ ਮਸ਼ੀਨ ਗਰਮ ਹੋਏਗੀ, ਲਾਸ ਇਨਕਰੀਜ਼ ਹੋਏਗਾ, ਐਫੀਸ਼ੀਐਂਸੀ ਘਟੇਗੀ, ਰਾਈਟ? ਬਹੁਤ ਜ਼ਿਆਦਾ ਡਿਫਰੈਂਸ ਹੋਏਗਾ ਤਾਂ ਮਸ਼ੀਨ ਦੀ ਵਾਈਂਡਿੰਗ ਡੈਮੇਜ ਵੀ ਹੋ ਸਕਦੀ ਹੈ। ਓਕੇ, ਤਾਂ ਇਹ ਪਹਿਲੀ ਕੰਡੀਸ਼ਨ ਆਪਾਂ ਕੀ ਯਾਦ ਰੱਖਣਾ ਹੈ? ਦਾ ਵੋਲਟੇਜ ਆਫ ਇਨਕਮਿੰਗ ਅਲਟਰਨੇਟਰ ਮਸਟ ਬੀ ਇਕੁਅਲ ਟੂ ਬੱਸ ਬਾਰ ਵੋਲਟੇਜ, ਜਾਂ ਜਿਹੜਾ ਅਲਟਰਨੇਟਰ ਪਹਿਲਾਂ ਚੱਲਦਾ ਉਹਦੀ ਵੋਲਟੇਜ ਦੇ ਬਰਾਬਰ। ਜੇ ਮੰਨ ਲਓ ਬੱਸ ਬਾਰ ਨਹੀਂ ਹੈਗੀ, ਇੱਕ ਅਲਟਰਨੇਟਰ ਉਹਦੇ ਨਾਲ ਦੂਜਾ ਲਗਾਉਣਾ ਅਸੀਂ, ਤਾਂ ਪਹਿਲਾਂ ਜਿਹੜਾ ਆਲਰੇਡੀ ਲੋਡ ਲੈ ਰਿਹਾ ਉਹਦੇ ਬਰਾਬਰ ਵੋਲਟੇਜ ਹੋਣੀ ਚਾਹੀਦੀ ਹੈ, ਪਹਿਲਾ ਪੁਆਇੰਟ ਹੋ ਗਿਆ। ਜੀ ਓਕੇ? ਦੂਸਰਾ ਪੁਆਇੰਟ ਹੈ ਵੋਲਟੇਜ ਆਫ ਦਾ ਇਨਕਮਿੰਗ ਅਲਟਰਨੇਟਰ ਸ਼ੁੱਡ ਬੀ ਇਨ ਫੇਜ਼ ਆਪੋਜੀਸ਼ਨ ਟੂ ਦਾ ਬੱਸ ਬਾਰ ਵੋਲਟੇਜ। ਇਹ ਵੀ ਜ਼ਰੂਰੀ ਹੈ। ਫੇਜ਼ ਆਪੋਜੀਸ਼ਨ ਦਾ ਮਤਲਬ ਸਮਝਦੇ ਆ ਤੁਸੀਂ? ਅੱਛਾ, ਓਕੇ, ਇਹ ਆਪਾਂ ਡਿਸਕਸ ਕਰਦੇ ਹਾਂ ਫੇਜ਼ ਆਪੋਜੀਸ਼ਨ ਤੋਂ ਕੀ ਮਤਲਬ ਹੈ। ਇੱਕ ਮੰਨ ਲਓ ਵੀ ਸਾਡੇ ਕੋਲੇ ਆਹ ਬੱਸ ਬਾਰ ਦੀ ਵੋਲਟੇਜ ਦੀ ਕਰਵ ਹੈ, ਠੀਕ ਹੈ? ਤੇ ਜਿਹੜਾ ਦੂਜਾ ਅਲਟਰਨੇਟਰ ਹੈ, ਜੇ ਉਹਦੀ ਵੋਲਟੇਜ ਆਪਾਂ ਇਹ ਇਦਾਂ ਲੈ ਲਈਏ ਫਿਰ ਕੀ ਹੋਏਗਾ? ਦੋਨਾਂ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਆ ਗਿਆ ਹੈ ਨਾ, ਕਰੰਟ ਫਲੋ ਹੋਣਗੇ, ਸਿੰਕਰੋਨਾਈਜ਼ਿੰਗ ਕਰੰਟ, ਠੀਕ? ਤਾਂ ਦੂਜੇ ਅਲਟਰਨੇਟਰ ਦੀ ਵੀ ਫਿਰ ਵੋਲਟੇਜ ਕਿਹੜੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਸੇਮ ਲਾਈਨ ਦੇ, ਜਦੋਂ ਇਹ 0 ਹੈ ਉਹ ਵੀ 0, ਜਦੋਂ ਇੱਕ ਦੀ ਵੋਲਟੇਜ 0 ਹੈ ਦੂਜੇ ਦੀ ਵੀ 0, ਜਦੋਂ ਇੱਕ ਦੀ ਮੈਕਸਿਮਮ ਹੈ ਦੂਜੇ ਦੀ ਵੀ ਮੈਕਸਿਮਮ, ਜਦੋਂ ਇੱਕ ਦੀ ਨੈਗੇਟਿਵ ਹੈ ਤਾਂ ਦੂਜੇ ਦੀ ਵੀ ਨੈਗੇਟਿਵ, ਸੇਮ ਵੋਲਟੇਜ ਹੋਏ, ਤਾਂ ਅਸੀਂ ਉਹਨੂੰ ਕਹਾਂਗੇ ਕਿ ਫੇਜ਼ ਆਪੋਜੀਸ਼ਨ 'ਚ ਨੇ, ਠੀਕ ਹੈ? ਇਹਦਾ ਇੱਕ ਹੋਰ ਸੌਖਾ ਤਰੀਕਾ ਸਮਝਣ ਦਾ, ਇੱਕ ਤਰੀਕੇ ਹੋਰ ਸਮਝਦੇ ਆਪਾਂ ਇਹਨੂੰ। ਮੰਨ ਲਓ ਵੀ ਆਪਾਂ ਅਲਟਰਨੇਟਰ ਨੂੰ ਰਿਪਰਜੈਂਟ ਕਰ ਦਿੰਦੇ ਹਾਂ ਇੱਕ ਸੈੱਲ ਦੇ ਨਾਲ, ਨਾ ਆਹ ਸੈੱਲ ਮੈਂ ਲਾਤਾ, ਆਹ ਦੂਜਾ ਸੈੱਲ ਲਾ ਲਿਆ। ਪਹਿਲਾ ਕੇਸ ਲੈ ਲਈਏ ਵੀ ਆਹ ਸੈੱਲ ਮੰਨ ਲਓ 3 ਵੋਲਟ ਦਾ ਤੇ ਆਹ 1.5 ਵੋਲਟ ਦਾ। ਇਹ ਲੋਡ ਨੂੰ ਸਪਲਾਈ ਜਦੋਂ ਇੱਧਰ ਨੂੰ ਕਰਨੀ ਹੈ, ਇੱਧਰਲੇ ਪਾਸੇ ਲੋਡ ਲਾਤਾ ਆਪਾਂ, ਲੋਡ ਨੂੰ ਸਪਲਾਈ ਕਰਨਗੇ ਸੈੱਲ ਇਹ, ਤਾਂ ਕੀ ਹੋਏਗਾ? ਜਿਹੜਾ 3 ਵੋਲਟ ਵਾਲਾ ਸੈੱਲ ਹੈ ਉਹ ਲੋਡ ਨੂੰ ਵੀ ਕਰੰਟ ਭੇਜੇਗਾ ਤੇ 1.5 ਵੋਲਟ ਵਾਲੇ ਨੂੰ ਵੀ ਭੇਜੇਗਾ, ਤਾਂ ਲੋਡ ਹੋ ਗਿਆ, ਓਵਰਲੋਡ ਹੋ ਗਿਆ। ਇਹ ਸੈੱਲ ਲਾਏ ਦਾ ਕੋਈ ਫਾਇਦਾ ਹੈ ਇਹਦੇ ਪੈਰਲਲ 'ਚ? ਹੈਲੋ, ਕੋਈ ਐਡਵਾਂਟੇਜ ਨਹੀਂ ਨਾ ਇਸ ਤਰ੍ਹਾਂ ਦਾ।
ਇਹ ਤਾਂ ਪਹਿਲਾ ਪੁਆਇੰਟ ਹੋ ਗਿਆ ਵੀ ਵੋਲਟੇਜ ਬਰਾਬਰ ਹੋਣੀ ਚਾਹੀਦੀ ਹੈ। ਹੁਣ ਦੂਜਾ ਕੇਸ ਆਪਾਂ ਲਈਏ ਕਿ ਇਹ ਸੈੱਲ ਜਿਹੜਾ ਅਸੀਂ ਲਗਾਇਆ ਦੂਜਾ ਸੈਕੰਡ ਵਾਲਾ, ਇਹ ਸੈੱਲ ਅਸੀਂ ਲਗਾ ਦਈਏ ਇੱਥੇ ਨੈਗੇਟਿਵ, ਥੱਲੇ ਪੋਜ਼ਿਟਿਵ ਕਰ ਦਈਏ। ਇਹ ਕੀ ਨੇ? ਇਹ ਫੇਜ਼ ਆਪੋਜੀਸ਼ਨ 'ਚ ਨਹੀਂ ਹੈਗੇ ਸੈੱਲ। ਇੱਕ ਦੀ ਵੋਲਟੇਜ ਇੱਥੇ 3 ਵੋਲਟ ਹੈ, ਇੱਥੇ ਦੂਜੇ ਦੀ ਕਿੰਨੀ ਹੈ? 0। ਆਹ ਪੁਆਇੰਟ ਤੇ ਇੱਕ ਦੀ 1.5 ਹੈ, ਇਹਦੀ 0। ਤਾਂ ਕਰੰਟ ਫਲੋ ਹੋਣਗੇ 4.5 ਵੋਲਟ ਬਣ ਗਈ ਸ਼ਾਰਟ ਸਰਕਟ ਲਈ, ਸ਼ਾਰਟ ਸਰਕਟ ਹੋ ਗਿਆ ਇੱਕ ਤਰ੍ਹਾਂ ਨਾਲ, ਰਾਈਟ। ਤਾਂ ਫੇਜ਼ ਆਪੋਜੀਸ਼ਨ ਦਾ ਮਤਲਬ ਕੀ ਹੈ ਵੀ ਜੇ ਇੱਕ ਵੀ 1.5 ਵੋਲਟ ਦਾ, ਪਹਿਲਾ ਵੀ 1.5 ਦਾ, ਦੂਜਾ ਵੀ 1.5 ਦਾ, ਤੇ ਲਗਾਏ ਵੀ ਇਦਾਂ ਹੁਣ ਵੀ ਦੋਨਾਂ ਦੇ ਪੋਜ਼ਿਟਿਵ ਉੱਪਰ ਨੈਗੇਟਿਵ ਨੀਚੇ, ਤਾਂ ਇਸਨੂੰ ਕਹਾਂਗੇ ਅਸੀਂ ਐਗਜ਼ੈਕਟ ਫੇਜ਼ ਆਪੋਜੀਸ਼ਨ 'ਚ ਨੇ, ਠੀਕ। ਤਾਂ ਏਸੀ ਸਰਕਟ 'ਚ ਫੇਜ਼ ਆਪੋਜੀਸ਼ਨ ਕੀ ਹੋਏਗੀ ਵੀ ਜਦੋਂ ਇੱਕ ਫੇਜ਼ ਦੇ ਵਿੱਚ ਵੋਲਟੇਜ 0 ਹੈ, ਦੂਜੇ ਦੇ ਵਿੱਚ ਵੀ 0। ਜਦੋਂ ਇੱਕ ਦੀ ਮੈਕਸਿਮਮ ਹੈ ਉਨੇ ਟਾਈਮ 'ਚ ਹੀ ਦੂਜੇ ਦੀ ਵੀ ਮੈਕਸਿਮਮ ਹੋਵੇ, ਠੀਕ ਹੈ। ਤਾਂ ਐਗਜ਼ੈਕਟਲੀ ਬਰਾਬਰ ਵੋਲਟੇਜ ਰਹੇ ਕਿਸੇ ਵੀ ਇਨਸਟੈਂਟ ਤੇ, ਤਾਂ ਅਸੀਂ ਕਹਾਂਗੇ ਵੀ ਉਹਨਾਂ ਦੀ ਵੋਲਟੇਜ ਫੇਜ਼ ਆਪੋਜੀਸ਼ਨ ਦੇ ਵਿੱਚ ਹੈ, ਰਾਈਟ। ਕਿਉਂਕਿ ਇਹਦੇ 'ਚ ਵੇਰੀਏਬਲ ਹੈ ਵੋਲਟੇਜ, ਏਸੀ 'ਚ ਵੇਰੀਏਬਲ ਆਪਣੇ ਕੋਲ ਫਿਕਸ ਤਾਂ ਹੈ ਨਹੀਂ ਸੈੱਲ ਵਾਂਗੂ। ਤੇ ਜੇ ਵੇਰੀਏਬਲ ਵੋਲਟੇਜ ਹੈ ਸਾਡੀ, ਤਾਂ ਹਰ ਵੇਲੇ ਹੀ ਵੋਲਟੇਜ ਬਰਾਬਰ ਚਾਹੀਦੀ ਹੈ ਸਾਨੂੰ, ਇੱਕ ਬੱਸ ਬਾਰ ਵੋਲਟੇਜ ਦੇ ਇਨਕਮਿੰਗ ਅਲਟਰਨੇਟਰ। ਇਜ਼ ਇਟ ਓਕੇ? ਇਹ ਆਪਣਾ ਹੋ ਗਿਆ ਸੈਕੰਡ ਪੁਆਇੰਟ। ਕਲੀਅਰ ਹੋ ਗਿਆ ਸਾਰਿਆਂ ਨੂੰ? ਤਾਂ ਲਿਖਣੇ ਆਪਾਂ ਨੇ ਆਹੀ ਲਾਈਨ ਹੈ, ਦਾ ਵੋਲਟੇਜ ਆਫ ਇਨਕਮਿੰਗ ਅਲਟਰਨੇਟਰ ਮਸਟ ਬੀ ਇਨ ਫੇਜ਼ ਆਪੋਜੀਸ਼ਨ ਟੂ ਦਾ ਬੱਸ ਬਾਰ ਵੋਲਟੇਜ, ਤਾਂ ਕਿ ਕੋਈ ਕਰੰਟ ਫਲੋ ਨਾ ਹੋ ਸਕੇ, ਸਿੰਕਰੋਨਾਈਜ਼ਿੰਗ ਕਰੰਟ, ਰਾਈਟ। ਤੀਸਰਾ ਪੁਆਇੰਟ ਹੈ ਵੀ ਸਪੀਡ। Speed of incoming alternator must be such that frequency is equal to bus bar frequency। ਜੇ frequency ਵੀ ਬਰਾਬਰ ਨਾ ਹੋਵੇ ਤਾਂ ਵੀ synchronizing current flow ਹੋਣਗੇ, ਇਹ ਵੀ ਸਮਝ ਲੈਣਾ। ਮੰਨ ਲਓ ਵੀ ਇੱਕ ਅਲਟਰਨੇਟਰ ਜਿਹੜਾ ਸਾਡੇ ਕੋਲ ਬੱਸ ਬਾਰ ਦੀ ਆਹ ਵੋਲਟੇਜ ਹੈ ਮੰਨ ਲਓ, ਤਾਂ ਦੂਜਾ ਅਲਟਰਨੇਟਰ ਜਿਹੜਾ ਉਹਦੀ ਫਰੀਕੁਐਂਸੀ ਡਿਫਰੈਂਟ ਹੈ, ਇੱਥੇ ਸਾਈਕਲ ਪੂਰਾ ਕਰ ਲਿਆ ਨੇ। ਹੁਣ ਵੀ ਕੀ ਹੋਏਗਾ, ਇਸ ਜਗ੍ਹਾ ਤੇ ਵੀ ਦੋਨਾਂ 'ਚ ਪੋਟੈਂਸ਼ੀਅਲ ਡਿਫਰੈਂਸ ਹੈ, ਇਸ ਜਗ੍ਹਾ ਤੇ ਵੀ ਪੋਟੈਂਸ਼ੀਅਲ ਡਿਫਰੈਂਸ ਹੈ, ਤਾਂ ਕਰੰਟ ਫਲੋ ਹੋਣਗੇ। ਹਰ ਵੇਲੇ ਪੋਟੈਂਸ਼ੀਅਲ ਡਿਫਰੈਂਸ ਹੈ, ਤਾਂ ਕਰੰਟ ਫਲੋ ਹੋਣਗੇ, ਤਾਂ ਉਹਨੂੰ ਅਸੀਂ ਪ੍ਰੋਪਰ ਸਿੰਕਰੋਨਾਈਜ਼ ਨਹੀਂ ਕਰ ਰਹੇ ਹਾਂ, ਓਕੇ। ਇਹਦਾ ਮਤਲਬ ਹੈ ਫਰੀਕੁਐਂਸੀ ਕੀ ਹੋਣੀ ਚਾਹੀਦੀ ਹੈ? ਸੇਮ। ਫਰੀਕੁਐਂਸੀ ਇਨਕਮਿੰਗ ਅਲਟਰਨੇਟਰ ਦੀ ਸੇਮ ਹੋਣੀ ਚਾਹੀਦੀ ਹੈ ਬੱਸ ਬਾਰ ਦੀ ਫਰੀਕੁਐਂਸੀ ਦੇ ਨਾਲ। ਇਹ ਸਾਡਾ ਤੀਸਰਾ ਪੁਆਇੰਟ ਹੋ ਗਿਆ। ਤਾਂ ਫਰੀਕੁਐਂਸੀ ਕਾਹਦੇ ਨਾਲ ਆਪਾਂ ਸੈੱਟ ਕਰਦੇ ਹਾਂ?